ਤੇ ਇਹ ਇੱਕ ਮੋਦੀ ਛੜਾ ਬੰਦਾ ਛੜਾ ਛਟਾਂਕ ਚਾਹ ਵੇਚਣ ਵਾਲਾ ਇਹਨੂੰ ਦੇਸ਼ ਫੜਾ ਕੇ ਫਸ ਗਏ। ਇਹ ਤਾਂ ਭਾਂਡੇ ਧੁੰਦਾ ਹੀ ਵਧੀਆ ਸੀਗਾ। ਇਹਦੀ ਔਕਾਤ ਨਹੀਂ ਸੀਗੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਣ ਵਾਲੀ। ਬਾਦਲ ਮੋਦੀ ਦੇ ਚਮਚੇ ਨੇ, ਇਹ ਕੈਪਟਨ ਵੀ ਚਮਚਾ ਬਣ ਗਿਆ। ਕਿਉਂ ਕੈਪਟਨ ਨੂੰ ਚਮਚਾ ਤਾਂ ਬਣਨਾ ਪੈ ਗਿਆ? ਕੈਪਟਨ ਦਾ ਦਮਾਦ ਸੰਬੋਲੀ ਸ਼ੂਗਰ ਮਿਲ ਦਾ ਜਿਹੜਾ ਮਾਲਕ ਆ ਗੁਰਪਾਲ ਸਿੰਘ, ਉਹਨੇ 110 ਕਰੋੜ ਦਾ ਬੈਂਕ ਨਾਲ ਘਪਲਾ ਕੀਤਾ, ਭਾਰਤੀ ਸਟੇਟ ਬੈਂਕ ਨਾਲ। ਉੱਧਰੋਂ ਫਿਰ ਉਹਦੀ ਸੁੱਚ ਮਰੋੜਦਾ ਮੋਦੀ, ਜੇ ਉਹ ਕੈਪਟਨ ਮੋਦੀ ਦੀ ਹੰਭੀ ਨਹੀਂ ਭਰਦਾ, ਉਹ ਸੁੱਚ ਮਰੋੜਦਾ। ਫਿਰ ਬਾਹ ਨੂੰ ਜਦੋਂ ਬਟਾ ਆਉਣਾ ਤਾਂ कैप्टन ने फसना। तो कितनी ज़मीन है आपके पास? मेरे पास 5 एकड़ ज़मीन है। 5 एकड़ ज़मीन। तो ये क्या कारण है भी, 5 एकड़ ज़मीन होने के बावजूद यहाँ पे एक 5 एकड़ ज़मीन हो किसान के पास तो चलो उसका गुजारा अच्छा चलता है, ये नहीं कह सकता बहुत अच्छा चलता है, गुजारा चलता हूँ कि सरकार की पॉलिसी ऐसी है। आपको ऐसी क्या मजबूरी आन पड़ी भी आपकी 5 एकड़ ज़मीन होने के बावजूद आप यहाँ पे काम कर रहे हो परिवार से दूर? यहाँ पे काम करने वहाँ का काम कम है। कम का कारण अब की बार फसल का भी सही रेट नहीं मिला, उसकी प्रभाव पड़ी। उसका प्रभाव के कारण तो किसी न किसी तरीका अपना समय को तो टालना ही पड़ेगा। अगर कहीं पे रेट की दिक्कत आए, कम रेट मिले किसान को, तो क्या कोई सुनवाई है आपके? किसी अदालत में या किसी डीएम के पास जा सकते हो आप? कहाँ कौन जा सकता है? कोई नहीं जाता है जी, कोई नहीं जाते हैं। सरकार ਦੇ ਪ੍ਰਬੰਧ ਤਾਂ ਐਸੇ ਵੈਸੇ ਨੇ ਜੀ, ਕੋਈ ਪ੍ਰਬੰਧ ਨਹੀਂ ਹੈਗੇ ਏਡੇ ਖਾਸ। ਇਹ ਸਰਕਾਰਾਂ ਤਾਂ ਹੁਣ ਜੱਟਾਂ ਦੇ ਔਰ ਮਜ਼ਦੂਰਾਂ ਦੇ ਆੜਤੀਆਂ ਦੇ ਮਗਰ ਪਈਆਂ ਹੋਈਆਂ ਨੇ ਵੀ ਇਹਨਾਂ ਨੂੰ ਇੱਥੋਂ ਦੇਸ਼ ਚੋਂ ਹੀ ਕੱਢ ਦਈਏ। ਜਿਹੜੇ ਵੱਡੇ ਘਰਾਣੇ ਆਉਣੇ ਨੇ, ਅਬਾਨੀ ਵਰਗੇ, ਅਡਾਨੀ ਵਰਗੇ, ਉਹਨਾਂ ਨੇ ਸਾਡੀ ਫਸਲ ਮੁਫਤ ਦੇ ਭਾਅ ਖਰੀਦਣੀ ਆ ਤੇ ਉਹ ਆਪ ਤਾਂ ਏਸੀਆਂ 'ਚ ਬੈਠਣ ਵਾਲੇ ਨੇ। ਅਸੀਂ ਵੱਟਾਂ ਤੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਫਸਲ ਉਗਾਉਂਦੇ ਆ, ਮਿਹਨਤ ਕਰਦੇ ਆ ਦਿਨ ਭਰ ਰਾਤ। ਜਿਹੜਾ ਜੀ ਬਾਦਲ ਆ, ਬਾਦਲ ਉਹਨਾਂ ਨੇ ਅਸਤੀਫਾ ਦੇ ਕੇ ਇੱਕ ਸਟੰਟ ਕਰਿਆ। ਬੀਬੀ ਸਿਮਰੋ ਔਰ ਸੁੱਖਾ ਇਹਨਾਂ ਨੇ ਬਿਲਕੁਲ ਸਟੰਟ ਕਰਿਆ। ਵੱਡਾ ਬਾਦਲ ਤਾਂ ਖੂੰਜੇ ਲੱਗਿਆ ਬੈਠਾ, ਚਲੋ ਹੈ ਉਹ ਵੀ ਇਹਨਾਂ ਦੇ ਨਾਲ ਹੀ, ਕੋਈ ਬਾਹਰ ਨਹੀਂ ਹੈਗਾ। ਵੱਡਾ ਬਾਦਲ ਵੀ ਇੰਨਾ ਹੀ ਮਾੜਾ ਬੰਦਾ। ਇਹ ਮਾੜੀਆਂ ਨੇ ਦੋਨੇ ਸਰਕਾਰਾਂ, ਮਾੜੀਆਂ ਨੇ। ਜਿਹੜਾ ਕੈਪਟਨ ਆ, ਕੈਪਟਨ ਕਹਿੰਦਾ ਮਤਾ ਪਾਤਾ, ਕੋਈ ਮਤਾ ਨਹੀਂ ਪਾਇਆ ਉਹਨੇ। ਪ੍ਰਾਈਮ ਮੁੱਦੇ ਦੇਖ ਰਹੇ ਸਰ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਅੱਜ ਅਸੀਂ ਖੜੇ ਹਾਂ ਲੁਧਿਆਣਾ ਦੀ ਦਾਣਾ ਮੰਡੀ ਗਿੱਲ ਰੋਡ ਦੇ ਉੱਤੇ, ਜਿੱਥੋਂ ਤੁਸੀਂ ਦੇਖ ਸਕਦੇ ਜਿਹੜਾ ਝੋਨਾ ਹੈ ਉਹ ਮੰਡੀਆਂ ਵਿੱਚ ਆਇਆ ਹੋਇਆ। ਜਿਹੜੇ ਇੱਥੇ ਮਜ਼ਦੂਰ ਭਾਈਚਾਰਾ ਉਹ ਮੰਡੀਆਂ ਜਿਹੜਾ ਝੋਨੇ ਦੀ ਸਾਫ਼ ਸਫਾਈ ਦਾ ਕੰਮ ਜਾਂ ਜੋ ਉਹਦਾ ਧੁੱਪ ਜਿਹੜੀ ਲੱਗ ਰਹੀ ਹੈ ਉਹ ਸਾਰਾ ਕੰਮ ਦੀ ਦੇਖ ਰੇਖ ਦੀ ਕਰਦੇ ਨੇ ਇੱਥੇ। ਸੋ ਜਿਹੜਾ ਆਰਡੀਨੈਂਸ ਪਾਸ ਕੀਤਾ ਹੈਗਾ ਮੋਦੀ ਸਰਕਾਰ ਵੱਲੋਂ, ਉਹਦਾ ਜਿੱਦ ਬਾਰ-ਬਾਰ ਚਰਚਾ ਹੋ ਰਹੀ ਹੈ, ਉਹ ਇਕੱਲਾ ਕਿਸਾਨਾਂ ਦਾ ਨਹੀਂ, ਜਿਹੜਾ ਮਜ਼ਦੂਰ ਭਾਈਚਾਰਾ ਕੰਮ ਕਰਦੇ ਮੰਡੀਆਂ ਦੇ ਵਿੱਚ ਇਹਨਾਂ ਦੇ ਉੱਤੇ ਵੀ ਓਨਾ ਹੀ ਪ੍ਰਭਾਵ ਪਏਗਾ ਜਿੰਨਾ ਕਿਸਾਨਾਂ ਦੇ ਉੱਤੇ ਪਏਗਾ। ਓਨਾ ਹੀ ਪ੍ਰਭਾਵ ਇਹਨਾਂ ਮਜ਼ਦੂਰਾਂ ਤੇ ਪਏਗਾ ਜਿੰਨਾ ਓਨਾ ਹੀ ਪ੍ਰਭਾਵ ਆੜ੍ਹਤੀਆਂ ਉੱਤੇ ਪਏਗਾ। ਜਿਹੜਾ ਆਪਸੀ ਕਿਸਾਨ ਤੇ ਆੜ੍ਹਤੀ 9 ਮਾਸ ਦਾ ਰਿਸ਼ਤਾ ਉਹ ਵੀ ਖਤਮ ਹੋਏਗਾ। ਸਾਡੇ ਨਾਲ ਮਜ਼ਦੂਰਾਂ ਦੇ ਠੇਕੇਦਾਰ ਨੇ ਉਹ ਸਾਡੇ ਨਾਲ ਹਾਜ਼ਰ ਨੇ, ਜਿਹੜੇ ਕਿ ਬਿਹਾਰ ਤੋਂ ਬਿਲੋਂਗ ਕਰਦੇ ਨੇ। ਸੋ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਜਿਹੜੀ ਪ੍ਰਾਈਵੇਟ ਮੰਡੀਆਂ ਦੀ ਗੱਲ ਅੱਜ ਕੀਤੀ ਜਾ ਰਹੀ ਹੈ। 2006 ਦੇ ਵਿੱਚ ਬਿਹਾਰ ਦੇ ਵਿੱਚ ਇਹ ਕਾਨੂੰਨ ਪਾਸ ਹੋ ਚੁੱਕਿਆ। ਸਾਡੇ ਨਾਲ ਇਹ ਹਾਜ਼ਰ ਨੇ ਜਿਹੜੇ ਖੁਦ खेती करते हैं बिहार ਦੇ ਵਿੱਚ। नमस्कार जी, क्या नाम है आपका? मेरा नाम राजेश बिंद। जी कहाँ से आए हो आप? सहरसा डिस्ट्रिक्ट, बिहार से? बिहार। तो यहाँ पे ये मजदूरी कितने लोग आपके साथ आए हुए यहाँ पे हमारे साथ 27 लोग हैं। 27 लोग आए हुए हैं। तो जो आप पता चला है आपकी वहाँ पे ज़मीन है गांव में, वहाँ पे आप खेती करते हैं। कितनी ज़मीन है आपके पास वहाँ? मेरे पास 5 एकड़ ज़मीन है। 5 एकड़ ज़मीन है। तो ये क्या कारण है भी, 5 एकड़ ज़मीन होने के बावजूद यहाँ पे एक 5 एकड़ ज़मीन हो किसान के पास तो चलो उसका गुजारा अच्छा चलता है, ये नहीं कह सकता बहुत अच्छा चलता है, गुजारा चलता हूँ कि सरकार की पॉलिसी ऐसी है। आपको ऐसी क्या मजबूरी आन पड़ी भी आपकी 5 एकड़ ज़मीन होने के बावजूद आप यहाँ पे काम कर रहे हो परिवार से दूर? यहाँ पे काम करने वहाँ का काम कम है जी। कम का कारण अब की बार फसल का भी सही रेट नहीं मिला जी, उसकी प्रभाव पड़ी।
उसका प्रभाव के कारण तो किसी न किसी तरीका अपना समय को तो टालना ही पड़ेगा। कौन कौन सी फसल बोते हो आप वहाँ पे? मक्का होते हैं, गेहूं होते हैं, धान को फसल दाही चले जाते हैं। जी, तो जो मक्की का रेट है उसको लेकर चलो, जो जहाँ पंजाब की बात की जाए, पंजाब में सरकारी खरीद होती है, वहाँ पे वो जो आपकी फसल है कौन खरीदता है वहाँ पे? प्राइवेट खरीदी होते हैं। प्राइवेट का कब से प्राइवेट खरीदी हो रही है वहाँ से? प्राइवेट खरीदी तो बहुत दिनों से हो रहा है। तो जो ये यहाँ पे एमएसपी की बात चलती है, यहाँ पे गेहूं की बात की जाए और धान की बात की जाए, इसके ऊपर तो एमएसपी पूरी मिलती है। मक्की का भी 400-500 काट के 500 क्या 1000 तक चला जाता है, काट के देते हैं। आपके वहाँ कैसे रेट मिलता है? अगर मक्की की बात की जाए, क्या रेट मिलता है आपको वहाँ पे? वहाँ पे लोकल में बिक रहा है, लोकल में जो बनाता है 1200-1300 का रेट है अब की बार। और गेहूं की बात की जाए और इसकी बात की जाए, धान की बात की जाए, गेहूं की बात है, गेहूं 1800 के। 1800 गेहूं, धान? धान तो हमारे तरफ कम होते हैं, धान वही होते हैं 1800-2000 का। अगर मान लो आप बोल रहे हैं वहाँ पे प्राइवेट कंपनी है, वो आपका माल उठाती हैं, लोकल मंडी में जाता है, अगर कहीं पे रेट की दिक्कत आए, कम रेट मिले किसान को, तो क्या कोई सुनवाई है आपके? किसी अदालत में या किसी डीएम के पास जा सकते हो आप? कहाँ कौन जा सकता है? कोई नहीं जाता है जी, कोई नहीं जाते हैं। तो आपको जैसे आप बता रहे हो भी वहाँ पे प्राइवेट मंडी है, प्राइवेट लोग खरीदते हैं, और सरकारी मंडी बिल्कुल बंद हो चुका है वहाँ पे? सरकारी मंडी नहीं है ही नहीं वहाँ पे मंडी? नहीं है। तो अभी जो सरकार कानून लेके आई है नया, आप यहाँ पे मंडी पे काम कर रहे हो, यहाँ पे सरकारी अधिकारी आते हैं, किसान से बात करते हैं, आड़ती से बात करते हैं, फसल का जायजा लेने आते हैं, जांच पड़ताल करने आते हैं, तो वहाँ पे आप बोले सरकारी मंडी नहीं है। अगर यहाँ पे भी ये प्राइवेट का रूल लग जाए, लागू हो जाए, तो क्या असर पड़ेगा? आपको कुछ नॉलेज है? पंजाब में अगर प्राइवेट मंडी आए तो आपके काम पर कितना असर पड़ेगा? बहुत ढेर सारे पड़ेंगे जी। अभी आप जो यहाँ पे आए हो, पंजाब में आए हो काम करने, किसान के थ्रू आए हो या आड़ती के थ्रू आए हो? आर्थिक थ्रू आए हैं। तो जब यहाँ पे प्राइवेट मंडी खुल जाएगा, यहाँ पे जो सरकारी अधिकारी काम करते हैं, यहाँ पे जब एक व्यापारी आके खड़ा हो जाएगा, तो व्यापारी को आपके साथ तो लिंक होगा नहीं, आपका लिंक तो आड़ती के साथ है ना, तो कितना कसर आपके ऊपर पड़ेगा इसके काम पे ऊपर? असर तो पड़ेगा ही, जी, असर तो पड़ेगा ही। जब लोकल आ जाएंगे तो लोकल आने का बाद तो असर पड़ेगा। तो जो आप बोल रहे हैं भी आपको वहाँ पे प्रॉपर रेट नहीं मिल पाता, प्राइवेट जो व्यापारी लोग हैं अपनी मनमर्जी करते हैं वहाँ पे, एक हिसाब से यही कह सकते हैं हम, तो आपका खर्चे पूरे हो जाते हैं वहाँ पे? अच्छा, खर्चा पूरा नहीं हो पा रहा है जी, क्योंकि आगे से रेट नहीं मिल रहा है, फैक्ट्री नहीं है और सरकारी मंडी नहीं है, तो कहाँ से मिलेगा? मतलब कि आपकी मजबूरी है आप परिवार छोड़ के यहाँ पे पंजाब आना? हाँ। तो एक आप और बताइए, जो यहाँ पे आप काम करने आते हो, मजदूरी करने आते हो, यहाँ पे आपको मजदूरी सही मिलता है? यहाँ पे कोई दिक्कत तो नहीं है पंजाब में आपको? नहीं है दिक्कत, कोई दिक्कत नहीं है पंजाब नहीं में। है। तो आप जो ये कानून पास किया है मोदी ने, उसके बारे में दो शब्द बोलिए, आपका क्या कहना है उस कानून के बारे में? क्योंकि बहुत विरोध, खासकर में पंजाब में विरोध हो रहा है, हरियाणा में विरोध हो रहा है, तो आपका हरियाणा के साथ सटा हुआ राज्य है, बिहार है, यूपी है, और पंजाब में इसका ज़्यादा असर देखने को मिल रहा है, तो आपका क्या कहना है इस कानून के बारे में? इसका कानून के बारे में क्या कहना है? कानून तो जो बनाएगा वही मिलेगा। कानून तो कौन जा रहा है? कहीं कोई नहीं जा रहा है। जहाँ जिसको जैसे जैसे अपना समय को बिता रहा है। एक कॉन्ट्रैक्ट खेती का, इसमें आपको बताता हूँ, कॉन्ट्रैक्ट खेती का इसमें सरकार ने एक प्रस्थान लगाया हुआ है, इसमें रखा हुआ है भी जो व्यापारी है वो सीधा आपके खेत में आएगा, वहाँ पे जब आप बुझाई करते हो फसल की, तभी आपके साथ उसका वो कॉन्ट्रैक्ट हो जाएगा। तो ये एक बात और बहुत बड़ी है, जब किसान अपनी फसल बोता है तो उसका मजदूर के साथ कनेक्ट होता है, मजदूर को भी बुला लेता है वहाँ पे फसल बोने के लिए। तो जब व्यापारी अपने हाथ में वो सारा खेत का सिस्टम ले लेगा, तब भी आपके काम को मार पड़ेगी ना इसकी? हाँ, तब तो मार पड़ेगा काम को। ਗੁਰਮਿਲ ਜੀ ਕਿਹੜੇ ਪਿੰਡੋਂ ਆਏ ਤੁਸੀਂ? आलमगीर ਤੋਂ ਆਏ ਤੇ ਜਿਹੜਾ ਝੋਨਾ ਤੁਸੀਂ ਲੈ ਕੇ ਆਏ ਹੋ ਇੱਥੇ, ਕਿੰਨਾ ਦਿਨ ਹੋ ਗਏ ਤੁਹਾਨੂੰ ਇੱਥੇ ਆਏ ਨੂੰ? ਅੱਜ ਹੀ ਆਏ ਆ ਜੀ ਦੇਖ ਕੇ। ਅੱਜ ਹੀ ਆਏ ਹੋ। ਹਾਂ ਜੀ। ਤੇ ਕੀ ਤੁਹਾਡੀ ਛਾਂਟੀ ਛੁੰਟੀ ਹੋ ਰਹੀ ਹੈ, ਤੇ ਕੀ ਕਹਿੰਦੇ ਅਧਿਕਾਰੀ ਕੋਈ ਆਇਆ ਤੁਹਾਡੇ ਕੋਲ ਜੀ? ਹਾਂ, ਇਹ ਅਧਿਕਾਰੀ ਆਉਂਦੇ ਨੇ।
ਪਤਾ ਲੈਂਦੇ ਸਰ। ਪਤਾ ਲੈਂਦੇ ਨੇ ਤੇ ਰੇਟ ਰੂਟ ਦਾ ਕੀ ਕਹਿੰਦੇ ਆ ਜੀ, ਕੀ ਰੇਟ ਰੇਟ ਜਿਹੜਾ ਹੈਗਾ ਜੀ ਉਹੀ ਦੇਣਗੇ। ਐਮਐਸਪੀ ਦੇ ਰੇਟ ਮਿਲੂਗਾ ਜੀ? ਹਾਂਜੀ ਹਾਂਜੀ। ਤੇ ਕੋਈ ਨਵੀਂ ਨੂਮੀ ਦੀ ਚੱਕਰ ਤਾਂ ਨਹੀਂ ਹੈਗਾ ਵੀ? ਨਹੀਂ ਨਵੀਂ ਦਾ ਕੋਈ ਨਹੀਂ, ਜਿਹੜਾ ਰੇਟ ਹੈਗਾ ਉਹ ਦੇਣਗੇ। ਤੇ ਸਾਡਾ ਕੱਲ ਵੀ ਲੈ ਕੇ ਆਏ ਸੀਗੇ, ਹਾਂ ਕੱਲ ਵੀ ਸਾਡਾ ਤੁਰ ਗਿਆ, ਅੱਜ ਵੀ ਲੈ ਕੇ ਅੱਜ ਵੀ ਸਾਡਾ। ਮਤਲਬ ਕਿ ਉਹ ਦਿੱਕਤ ਨਹੀਂ ਆ ਰਹੀ ਮੰਡੀਆਂ ਵਿੱਚ ਵੀ? ਇਹ ਕਹਿੰਦੇ ਸੀਗੇ ਵੀ ਯਾਰ ਮੰਡੀਆਂ 'ਚ ਕਈ ਦਿਨ ਰੋਲਣਾ ਪੈਂਦਾ ਕਿਸਾਨਾਂ ਨੂੰ, ਉਹ ਕੰਮ ਹੁਣ ਨਹੀਂ ਹੈਗਾ? ਨਹੀਂ ਨਹੀਂ ਹੈ ਨਹੀਂ। ਜੀ ਤੇ ਜਿਹੜਾ ਇੱਕ ਆਰਡੀਨੈਂਸ ਪਾਸ ਕੀਤਾ ਮੋਦੀ ਸਰਕਾਰ ਨੇ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਉਹਦੇ ਬਾਰੇ ਬਾਈ ਹੁਣ ਕਿਸਾਨ ਜਥੇਬੰਦੀਆਂ ਨੇ ਕਹਿੰਦੀਆਂ ਨੇ, ਉਹਨਾਂ ਨੂੰ ਸਾਰਾ ਪਤਾ ਹੀ ਆ ਜੀ। ਜੀ ਅਸੀਂ ਤਾਂ ਉਹਨਾਂ ਦੇ ਮਗਰ ਲੱਗੇ ਕਿੰਨਾ ਕੁ ਪ੍ਰਭਾਵ ਤੁਹਾਡਾ ਪਊਗਾ ਇਸ ਕੰਮ ਦੇ ਉੱਤੇ? ਜਿਵੇਂ ਹੁਣ ਦੇਖੋ ਮਜ਼ਦੂਰ ਭਾਈਚਾਰਾ ਤੁਹਾਡੇ ਨਾਲ ਕੰਮ ਕਰਦਾ ਪਿਆ, ਮੰਡੀ ਦੇ ਵਿੱਚ ਖੜੇ ਹੋ, ਉਹ ਇੱਕ ਪ੍ਰਾਈਵੇਟ ਬੰਦਾ ਆ ਕੇ ਤੁਹਾਡੀ ਫਸਲ ਖਰੀਦਣ ਆਊਗਾ, ਇਹਨਾਂ ਦਾ ਕੰਮ ਵੀ ਖਤਮ ਹੋ ਜਾਣਾ, ਤੁਹਾਡੇ ਕੰਮ ਤੇ ਪ੍ਰਭਾਵ ਪਊਗਾ? ਹਾਂ ਇਹ ਤਾਂ ਪੈਣਾ ਹੀ ਪੈਣਾ ਜੀ ਹਾਂ ਜੀ। ਉਹ ਆਪਦੀ ਮਰਜ਼ੀ ਦਾ ਪਾ ਲਾਉਣਗੇ, ਹੁਣ ਗਵਰਨਮੈਂਟ ਸਾਨੂੰ ਪਾ ਦਿੰਦੀ ਹੈ ਵਧੀਆ, ਜੀ ਠੀਕ ਹੈ ਜੀ। ਮੰਡੀਆਂ ਦਾ ਖਤਮ ਹੋ ਜਾਣਾ ਫਿਰ। ਜੀ ਹਾਂ ਹੁਣ ਸਾਵੇਂ ਮੰਡੀਆਂ ਚੱਲਦੀਆਂ ਵਧੀਆ ਨੇ। ਮੰਡੀਆਂ ਚੱਲਦੀਆਂ ਵਧੀਆ ਲੱਗਦੀਆਂ। ਸੋ ਇਹ ਮੰਡੀ ਦੇ ਨਾਲ ਇਕੱਲਾ ਤੁਹਾਡਾ ਹੀ ਨਹੀਂ ਹੈਗਾ, ਮਜ਼ਦੂਰ ਭਾਈਚਾਰੇ ਦਾ ਵੀ ਰੁਜ਼ਗਾਰ ਜੁੜਿਆ, ਪੱਲੇਦਾਰ ਹੋ ਗਏ, ਤੁਹਾਡੇ ਭਰਾਈ ਵਾਲੇ ਹੋ ਗਏ, ਢਵਾਈ ਵਾਲੇ ਹੋ ਗਏ, ਸਾਰਿਆਂ ਦਾ ਕੰਮ ਹੈਗਾ। ਹਾਂ ਸਾਰਿਆਂ ਦਾ ਕੰਮ ਰੁਕ ਜਾਣਾ ਫਿਰ। ਜੀ ਸੋ ਤੁਸੀਂ ਦੇਖਿਆ ਇਹ ਕਿਸਾਨ ਸੱਜਣ ਨੇ ਦੱਸਿਆ ਵੀ ਝੋਨੇ ਦੀ ਫਸਲ ਆ ਚੁੱਕੀ ਹੈ ਤੇ ਕੱਲ ਵੀ ਇਹਨਾਂ ਨੇ ਫਸਲ ਚੁਕਾਈ ਆ, ਅੱਜ ਇਹਨਾਂ ਨੇ ਹਜੇ ਫਸਲ ਲੈ ਕੇ ਤੇ ਅਧਿਕਾਰੀ ਨੇ ਇਹਨਾਂ ਦੀ ਜਿਹੜੀ ਆ ਉਹ ਜਾਂਚ ਪੜਤਾਲ ਕੀਤੀ, ਇਹਨਾਂ ਨਾਲ ਗੱਲਬਾਤ ਕਰਕੇ ਗਏ ਨੇ। ਸੋ ਦਿੱਕਤ ਨਹੀਂ ਆ ਰਹੀ ਝੋਨੇ ਦੀ ਮੰਡੀਆਂ 'ਚ ਝੋਨਾ ਚੁੱਕਣ ਦੀ। ਸੋ ਇੱਥੇ ਮੰਡੀ ਵੱਡੀ ਹੈਗੀ ਗਿੱਲ ਰੋਡ ਤੇ ਅਸੀਂ ਖੜੇ ਹਾਂ ਲੁਧਿਆਣਾ ਦੇ। ਹੋਰ ਵੀ ਇੱਥੇ ਕਿਸਾਨ ਭਾਈਚਾਰੇ ਦੇ ਆਗੂ ਇੱਥੇ ਹਾਜ਼ਰ ਹੈਗੇ ਨੇ, ਜਿਹੜੇ ਆਪਣੇ ਇੱਥੇ ਲੈ ਕੇ ਆਏ ਨੇ, ਫਸਲਾਂ ਲੈ ਕੇ ਆਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਕਿਸਾਨ ਸਾਡੇ ਨਾਲ ਹਾਜ਼ਰ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ ਝੋਨੇ ਦੀ ਫਸਲ ਬਾਰੇ। ਜੋ ਇਹ ਫਸਲ ਲੈ ਕੇ ਆਏ ਨੇ ਇੱਥੇ ਮੰਡੀ ਦੇ ਵਿੱਚ, ਉਹਦੇ ਬਾਰੇ ਕਿਸ ਤਰ੍ਹਾਂ ਦੇ ਪ੍ਰਬੰਧ ਚੱਲਦੇ ਨੇ ਸਰਕਾਰੀ, ਤੇ ਖਾਸ ਤੌਰ ਤੇ ਗੱਲ ਕਰਾਂਗੇ ਜਿਹੜਾ ਆਰਡੀਨੈਂਸ ਮੋਦੀ ਸਰਕਾਰ ਵੱਲੋਂ ਪਾਸ ਕੀਤਾ ਗਿਆ, ਉਹਨਾਂ ਬਾਰੇ ਇਹਨਾਂ ਦਾ ਕੀ ਕਹਿਣਾ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਤੁਹਾਡਾ ਜੀ? ਬਿਕਰਮਜੀਤ ਸਿੰਘ ਜੀ। ਬਿਕਰਮ ਜੀ ਕਿਹੜੇ ਪਿੰਡੋਂ ਆਏ ਹੋ ਤੁਸੀਂ? ਆਲਮਗੀਰ ਤੋਂ ਜੀ। ਬਿਕਰਮ ਜੀ ਕਿੱਦਾਂ ਝੋਨਾ ਤੁਸੀਂ ਲੈ ਕੇ ਆਏ ਹੋ, ਕਿੱਦਾਂ ਦੇ ਪ੍ਰਬੰਧ ਨੇ ਸਰਕਾਰ ਦੇ ਜੀ ਇੱਥੇ? ਸਰਕਾਰ ਦੇ ਪ੍ਰਬੰਧ ਤਾਂ ਐਸੇ ਵੈਸੇ ਨੇ ਜੀ, ਕੋਈ ਪ੍ਰਬੰਧ ਨਹੀਂ ਹੈਗੇ ਏਡੇ ਖਾਸ। ਇਹ ਸਰਕਾਰਾਂ ਤਾਂ ਹੁਣ ਜੱਟਾਂ ਦੇ ਔਰ ਮਜ਼ਦੂਰਾਂ ਦੇ, ਆੜ੍ਹਤੀਆਂ ਦੇ ਮਗਰ ਪਈਆਂ ਹੋਈਆਂ ਨੇ ਜੀ ਵੀ ਇਹਨਾਂ ਨੂੰ ਇੱਥੋਂ ਦੇਸ਼ ਚੋਂ ਹੀ ਕੱਢ ਦਈਏ। ਇਹ ਪਹਿਲਾਂ ਤਾਂ ਇਹਨਾਂ ਨੇ ਬਿਹਾਰ 'ਚ ਐਮਐਸਪੀ ਖਤਮ ਕੀਤੀ, ਮੰਡੀਕਰਨ ਬੋਰਡ ਤੋੜਿਆ, ਫਿਰ ਯੂਪੀ ਐਮਪੀ 'ਚ ਉਧਰ ਤੋੜਤਾ, ਰਾਜਸਥਾਨ ਵਗੈਰਾ ਸਾਰੇ ਤੋੜਦੇ ਹੁਣ ਆਖਰ ਨੂੰ ਆ ਗਏ ਬਚ ਗਏ ਪੰਜਾਬ ਤੇ ਰਾਜਸਥਾਨ, ਜੀ ਨਾ ਹਰਿਆਣਾ ਜੀ। ਪੰਜਾਬ ਤੇ ਹਰਿਆਣਾ ਬਚ ਗਏ ਜੀ। ਹੁਣ ਇਹਨਾਂ ਦੀ ਐਮਐਸਪੀ ਇਹਨਾਂ ਨੇ ਮੋਦੀ ਨੇ ਖਤਮ ਕਰਤੀ। ਜੀ ਤੇ ਇਹ ਇੱਕ ਮੋਦੀ ਛੜਾ ਬੰਦਾ, ਛੜਾ ਛਟਾਂਕ ਚਾਹ ਵੇਚਣ ਵਾਲਾ, ਇਹਨੂੰ ਦੇਸ਼ ਫੜਾ ਕੇ ਫਸ ਗਏ। ਜੀ ਇਹ ਤਾਂ ਭਾਂਡੇ ਧੁੰਦਾ ਹੀ ਵਧੀਆ ਸੀਗਾ। ਜੀ ਇਹਦੀ ਔਕਾਤ ਨਹੀਂ ਸੀਗੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਣ ਵਾਲੀ। ਆਪਾਂ ਇੱਥੇ ਆਵਾਂਗੇ, ਆਰਡੀਨੈਂਸ ਤੇ ਵੀ ਆਵਾਂਗੇ। ਤੁਸੀਂ ਝੋਨਾ ਲੈ ਕੇ ਆਏ ਹੋ, ਐਮਐਸਪੀ ਦੀ ਗੱਲ ਤੁਸੀਂ ਕੀਤੀ ਆ, ਕੀ ਝੋਨੇ ਦੇ ਉੱਤੇ ਐਮਐਸਪੀ ਤੁਹਾਨੂੰ ਪੂਰਾ ਮਿਲਿਆ? ਜੇ ਰੇਟ ਦੀ ਗੱਲ ਕੀਤੀ ਜਾਵੇ ਤਾਂ ਕੀ ਰੇਟ ਤੁਹਾਨੂੰ ਮਿਲੇਗਾ? ਪੂਰਾ ਰੇਟ ਮਿਲ ਰਿਹਾ? ਕਿੱਦਾਂ ਸੰਤੁਸ਼ਟ ਹੋ ਤੁਸੀਂ? ਜਿਹੜਾ ਹੁਣ ਤਾਂ ਇਸ ਵਾਰ ਤਾਂ ਮਿਲੂਗਾ 1888 ਰੁਪਏ ਜੀ, ਜੀ ਪੂਰਾ ਰੇਟ ਆ। ਚਲੋ ਠੀਕ ਆ। ਜਿਹੜੀ ਗਾਹਾਂ ਨੂੰ ਖਤਮ ਕਰ ਦੇਣੀ ਆ ਉਹ ਕੰਮ ਖਰਾਬ ਹੋ ਜਾਣਾ। ਕੀ ਚਲੋ ਹੁਣ ਆਰਡੀਨੈਂਸ ਤੇ ਆਈਏ, ਕੀ ਅਸਰ ਤੁਹਾਨੂੰ ਲੱਗਦਾ ਜਿਹੜਾ ਆਰਡੀਨੈਂਸ ਪਾਸ ਕੀਤਾ ਇਹ ਮੋਦੀ ਸਰਕਾਰ ਨੇ ਕਰ ਦਿੱਤਾ, ਹੁਣ ਤੱਕ ਕਾਨੂੰਨ ਬਣ ਚੁੱਕਿਆ ਵਾ? ਤੁਸੀਂ ਕਿਸਾਨ ਜਥੇਬੰਦੀਆਂ ਜਿਹੜਾ ਵਿਰੋਧ ਕਰ ਰਹੀਆਂ ਨੇ, ਸੋ ਅਸੀਂ ਅਰਦਾਸ ਕਰਦੇ ਹਾਂ ਜਿਹੜਾ ਵਿਰੋਧ ਆ, ਪ੍ਰਦਰਸ਼ਨ ਆ, ਉਹਨੂੰ ਬੂਰ ਪਵੇ ਤੇ ਸਰਕਾਰ ਜਾਗੇ। ਕੀ ਅਸਰ ਪਏਗਾ ਇਹਦਾ ਆਰਡੀਨੈਂਸ ਦਾ ਤੁਹਾਡੇ ਕਿਸਾਨਾਂ ਦੇ ਉੱਤੇ? ਇਹ ਕਿਸਾਨਾਂ ਦੇ, ਮਜ਼ਦੂਰਾਂ ਦੇ, ਆੜ੍ਹਤੀਆਂ ਦੇ ਬਹੁਤ ਜ਼ਿਆਦਾ ਹਰ ਇੱਕ ਵਰਗ ਤੇ ਅਸਰ ਪੈਣਾ ਜੀ। ਜੀ ਇਕੱਲੇ ਕਿਸਾਨ ਨਹੀਂ, ਕਿਸਾਨ ਤਾਂ ਮਾਰੇ ਗਏ। ਜਿਹੜੇ ਹਰ ਇੱਕ ਵਰਗ ਆ, ਚਾਹੇ ਵਪਾਰੀ ਵਰਗ ਆ, ਕੁਛ ਵੀ ਆ, ਸਾਰਿਆਂ ਤੇ ਹੀ ਮੰਨ ਲਓ ਤੁਸੀਂ ਜਿਹੜੇ ਪੈਲਸ ਵਾਲੇ ਨੇ ਜਾਂ ਕੋਈ ਹੋਰ ਵਾਲੇ ਨੇ, ਸਾਰਿਆਂ ਤੇ ਹੀ ਅਸਰ ਪੈਣਾ ਇਹਨਾਂ ਦਾ। ਲੀਗਲ ਚੀਜ਼ ਦੀ ਗੱਲ ਕਰੂੰ, ਕੰਟਰੈਕਟ ਫਾਰਮਿੰਗ ਦੀ ਗੱਲ ਕੀਤੀ ਗਿਆ, ਕੰਟਰੈਕਟ ਫਾਰਮਿੰਗ ਦਾ ਕੀ ਅਸਰ ਹੈਗਾ ਜੀ ਇੱਥੇ? ਦੇਖੋ ਜੀ, ਕੰਟਰੈਕਟ ਫਾਰਮਿੰਗ ਦਾ ਅਸਰ ਤਾਂ ਹੈਗਾ ਹੀ ਆ ਜੀ। ਸਾਡੀ ਫਸਲ ਨਹੀਂ ਵਿਕਣੀ ਹੈਗੀ। ਜਿਹੜੇ ਵੱਡੇ ਘਰਾਣੇ ਆਉਣੇ ਨੇ, ਅਬਾਨੀ ਵਰਗੇ, ਅਡਾਨੀ ਵਰਗੇ, ਉਹਨਾਂ ਨੇ ਸਾਡੀ ਫਸਲ ਮੁਫਤ ਦੇ ਭਾਅ ਖਰੀਦਣੀ ਆ। ਜੀ ਤੇ ਉਹ ਆਪ ਤਾਂ ਏਸੀਆਂ 'ਚ ਬੈਠਣ ਵਾਲੇ ਨੇ। ਅਸੀਂ ਵੱਟਾਂ ਤੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਫਸਲ ਉਗਾਉਂਦੇ ਆ, ਮਿਹਨਤ ਕਰਦੇ ਆ ਦਿਨ ਪਰ ਰਾਤ। ਜੀ ਤੇ ਉਹਨਾਂ ਨੇ ਸਾਡੀ ਕੌਡੀਆਂ ਦੇ ਭਾਅ ਫਸਲ ਲਿਜਾਣੀ ਆ ਇਹ। ਜੀ ਸੋ ਸਾਡੇ ਇੱਥੇ ਕਿਸੇ ਠੇਕੇਦਾਰ ਨੂੰ ਵੀ ਗੱਲ ਹੋਈ, ਜਿਹੜੇ ਮਜ਼ਦੂਰਾਂ ਦੀ ਠੇਕੇਦਾਰ ਨੇ, ਮਜ਼ਦੂਰਾਂ ਨੂੰ ਲਿਆਉਣ ਵਾਸਤੇ ਕਿੰਨੀ ਕੁ ਤੁਹਾਨੂੰ ਦਿੱਕਤ ਆਈ? ਕਿਉਂਕਿ ਲਾਕਡਾਊਨ ਵੀ ਸੀ, ਮਜ਼ਦੂਰਾਂ ਦੀ ਦਿੱਕਤ ਹਰ ਵਾਰ ਆਉਂਦੀ ਆ, ਹਾੜੀ ਸੌਣੀ ਤੇ ਕਿਸਾਨਾਂ ਨੂੰ ਆਉਂਦੀ ਆ। ਇਸ ਵਾਰ ਮੈਨੂੰ ਲੱਗਦਾ ਵੀ ਤੁਹਾਨੂੰ ਜ਼ਿਆਦਾ ਮੁਸ਼ੱਕਤ ਕਰਨੀ ਪਈ ਹੋਣੀ ਆ, ਕਿਉਂਕਿ ਲਾਕਡਾਊਨ ਕਰਕੇ ਸਾਰਾ ਜਿਹੜਾ ਮਜ਼ਦੂਰ ਭਾਈਚਾਰਾ ਵਾ ਆਪਣੇ ਪਿੰਡਾਂ ਨੂੰ ਵਾਪਸ ਚਲਾ ਗਿਆ, ਯੂਪੀ ਬਿਹਾਰ। ਜਿਹੜਾ ਮਜ਼ਦੂਰ ਭਾਈਚਾਰੇ ਨੂੰ ਲਿਆਉਣ ਖਾਤਰ ਬਹੁਤ ਮੁਸ਼ਕਲ ਆਈ ਜੀ। ਦੇਖੋ ਜੀ, ਰੇਲ ਗੱਡੀ 'ਚ ਕਿਰਾਇਆ ਲੱਗਦਾ ਸੀ 3-350। ਹੁਣ 3-3000 ਰੁਪਈਆ ਦੇ ਕੇ 1,20,000 ਦੇ ਵਿੱਚ ਬੱਸ ਕਰੀ, ਬਿਹਾਰ ਲੈ ਕੇ ਗਏ, ਉੱਥੋਂ ਬੰਦੇ ਬਿਠਾ ਕੇ ਫਿਰ ਲੈ ਕੇ ਆਏ। ਇੱਥੇ ਰੇਟ ਤੇ 5-5000, ਇੱਥੇ ਰੇਟ 5000 ਲਵਾਈ ਦਾ ਹੋ ਗਿਆ ਜੀ। ਹੁਣ ਉਹਨਾਂ ਨੇ ਤਾਂ ਕਰਨਾ ਹੀ ਹੈ, ਜਦੋਂ 3000 ਕਿਰਾਇਆ ਖਰਚ ਕੇ ਆਏ ਨੇ। ਇਹ ਸਰਕਾਰ ਨੇ ਸਭ ਕੁਝ, ਸਰਕਾਰੀ ਬੱਸਾਂ ਖੂੰਜੇ ਲਾ ਕੇ ਖੜਾਤੀਆਂ, ਪ੍ਰਾਈਵੇਟ
ਚਲਾਤੀਆਂ ਜੀ ਇਹਨਾਂ ਨੇ। ਪ੍ਰਾਈਵੇਟ ਨਾਲ ਨੋਟ ਆਉਂਦੇ ਨੇ, ਇਹਨਾਂ ਦੀ ਜੇਬਾਂ 'ਚ ਪੈਂਦੇ ਨੇ, ਉਹ ਰਿਸ਼ਵਤ ਦਿੰਦੇ ਨੇ ਇਹਨਾਂ ਨੂੰ, ਸਰਕਾਰਾਂ ਨੂੰ। ਤਾਹਾਂ ਤੱਕ ਮੋਦੀ ਤੱਕ ਰਿਸ਼ਵਤ ਜਾਂਦੀ ਆ ਉਹਨਾਂ ਦੀ। ਉਹ ਇਹਨਾਂ ਨੇ ਸਰਕਾਰੀ ਬੱਸਾਂ ਖੁੰਝੇ ਲਾਤੀਆਂ, ਪ੍ਰਾਈਵੇਟ ਚਲਾਤੀਆਂ। ਪ੍ਰਾਈਵੇਟ ਵਾਲੇ ਗਲ ਵੱਢਦੇ ਨੇ ਪੂਰਾ ਜੀ। ਕਿਸਾਨ ਜਥੇਬੰਦੀਆਂ ਸੜਕਾਂ ਤੇ ਉੱਤੇ ਹੋਈਆਂ, ਉਹਨਾਂ ਦੀ ਵੀ ਗੱਲ ਕਰਾਂਗੇ। ਜਿਹੜੇ ਲੱਖੋਵਾਲ ਨੇ, ਜਮੇਰ ਸਿੰਘ ਲੱਖੋਵਾਲ, ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕੀਤੀ ਆ ਸੁਪਰੀਮ ਕੋਰਟ ਦੇ ਵਿੱਚ, ਤੇ ਉਸ ਤੋਂ ਬਾਅਦ ਜਿਹੜੀਆਂ ਕਿਸਾਨ 31 ਕਿਸਾਨ ਜਥੇਬੰਦੀ, ਜਿਹਦੇ ਵਿੱਚ ਲੱਖੋਵਾਲ ਦੀ ਜਥੇਬੰਦੀ ਵੀ ਸੀਗੀ, ਉਹਨਾਂ ਨੂੰ ਅਲੱਗ ਕਰਤਾ ਉਹਦੇ ਜਥੇਬੰਦੀ ਵਿੱਚੋਂ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਜਿਹੜੀ ਲੱਖੋਵਾਲ ਨੇ ਪਟੀਸ਼ਨ ਦਾਇਰ ਕੀਤੀ ਹੈ ਜੀ, ਉਹ ਬਿਲਕੁਲ ਗਲਤ ਕੀਤੀ ਹੈ ਜੀ। ਕਿਉਂਕਿ ਉਹ ਪਟੀਸ਼ਨ ਜਿਹੜੀ ਦਾਇਰ ਕਰਨੀ ਆ ਜਦੋਂ ਹੀ ਧਰਨਾ ਸਮਾਪਤ ਆ, ਉਹ ਸਰਕਾਰਾਂ ਦਾ, ਬਾਦਲਾਂ ਦਾ, ਖਾਸ ਕਰਕੇ ਜਿਹੜੇ ਬਾਦਲ ਨੇ ਜਿਨ੍ਹਾਂ ਨੇ ਚਿੱਟਾ ਵੇਚਿਆ ਤੇ ਜਾਣੀ ਲੁੱਟਿਆ ਉਹਨਾਂ ਨੇ ਪੂਰਾ, ਬਾਦਲਾਂ ਨੇ ਪੰਜਾਬ ਨੂੰ ਚਿੱਟਾ ਉਹਨਾਂ ਨੇ ਵੇਚਿਆ ਜੀ। ਬਾਦਲਾਂ ਨੇ ਬੇਅਦਬੀ ਬਾਦਲਾਂ ਨੇ ਕਰਾਈ ਆ। ਸਾਡਾ ਬਾਪ ਨਹੀਂ ਬਖਸ਼ਿਆ ਸ੍ਰੀ ਗੁਰੂ ਗ੍ਰੰਥ ਸਾਹਿਬ, ਉਹ ਨਹੀਂ ਬਖਸ਼ਿਆ ਬਾਦਲਾਂ ਨੇ, ਹੋਰ ਕਿਸੇ ਨੂੰ ਕੀ ਬਖਸ਼ ਦੇਣਗੇ। ਬਾਦਲ ਮੋਦੀ ਦੇ ਚਮਚੇ ਨੇ, ਇਹ ਕੈਪਟਨ ਵੀ ਚਮਚਾ ਬਣ ਗਿਆ। ਕਿਉਂ ਕੈਪਟਨ ਨੂੰ ਚਮਚਾ ਤਾਂ ਬਣਨਾ ਪੈ ਗਿਆ? ਕੈਪਟਨ ਦਾ ਦਮਾਦ ਸੰਬੋਲੀ ਸ਼ੂਗਰ ਮਿਲ ਦਾ ਜਿਹੜਾ ਮਾਲਕ ਆ ਗੁਰਪਾਲ ਸਿੰਘ, ਉਹਨੇ 110 ਕਰੋੜ ਦਾ ਬੈਂਕ ਨਾਲ ਘਪਲਾ ਕੀਤਾ, ਭਾਰਤੀ ਸਟੇਟ ਬੈਂਕ ਨਾਲ। ਉਧਰੋਂ ਫਿਰ ਉਹਦੀ ਸੁੱਚ ਮਰੋੜਦਾ ਮੋਦੀ, ਜੇ ਉਹ ਕੈਪਟਨ ਮੋਦੀ ਦੀ ਹੰਭੀ ਨਹੀਂ ਭਰਦਾ, ਉਹ ਸੁੱਚ ਮਰੋੜਦਾ। ਫਿਰ ਬਾਹ ਨੂੰ ਜਦੋਂ ਬਟਾ ਆਉਣਾ ਤਾਂ ਕੈਪਟਨ ਨੇ ਫਸਣਾ। ਤੁਸੀਂ ਮੋਦੀ ਕੈਪਟਨ ਬਾਦਲ ਦੀ ਗੱਲ ਕੀਤੀ ਆ, ਬਾਦਲ ਸਾਹਿਬ ਤਾਂ ਕਹਿੰਦੇ ਅਸੀਂ ਅਸਤੀਫਾ ਦੇ ਕੇ ਬਹੁਤ ਵੱਡੀ ਕੁਰਬਾਨੀ ਕਰਤੀ, ਤੇ ਉਧਰ ਕੈਪਟਨ ਦੀ ਗੱਲ ਕੀਤੀ ਜਾਵੇ, ਉਹ ਕਹਿੰਦੇ ਅਸੀਂ ਵਿਧਾਨ ਸਭਾ 'ਚ ਮਤਾ ਪਾਤਾ ਤੇ ਕਿਸਾਨਾਂ ਦੇ ਹਰ ਸੰਘਰਸ਼ ਦੇ ਨਾਲ ਆ। ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਦੋਵੇਂ ਜਿਹੜੀਆਂ ਪਾਰਟੀਆਂ ਨੇ ਉਹ ਮੋਦੀ ਨਾਲ ਨੇ? ਜਿਹੜਾ ਜੀ ਬਾਦਲ ਆ, ਬਾਦਲ ਉਹਨਾਂ ਨੇ ਅਸਤੀਫਾ ਦੇ ਕੇ ਇੱਕ ਸਟੰਟ ਕਰਿਆ। ਬੀਬੀ ਸਿਮਰੋ ਔਰ ਸੁੱਖਾ, ਇਹਨਾਂ ਨੇ ਬਿਲਕੁਲ ਸਟੰਟ ਕਰਿਆ। ਵੱਡਾ ਬਾਦਲ ਤਾਂ ਖੂੰਜੇ ਲੱਗਿਆ ਬੈਠਾ, ਚਲੋ ਹੈ ਉਹ ਵੀ ਇਹਨਾਂ ਦੇ ਨਾਲ ਹੀ, ਕੋਈ ਬਾਹਰ ਨਹੀਂ ਹੈਗਾ। ਵੱਡਾ ਬਾਦਲ ਵੀ ਇੰਨਾ ਹੀ ਮਾੜਾ ਬੰਦਾ। ਇਹ ਮਾੜੀਆਂ ਨੇ, ਦੋਨੇ ਸਰਕਾਰਾਂ ਮਾੜੀਆਂ ਨੇ। ਜਿਹੜਾ ਕੈਪਟਨ ਆ, ਕੈਪਟਨ ਕਹਿੰਦਾ ਮਤਾ ਪਾਤਾ, ਕੋਈ ਮਤਾ ਨਹੀਂ ਪਾਇਆ ਉਹਨੇ। ਜੇ ਉਹਨੂੰ ਐਮਰਜੈਂਸੀ ਕਾਲ ਕਰਨੀ ਚਾਹੀਦੀ ਸੀ, ਸੈਸ਼ਨ ਬੁਲਾਉਣਾ ਚਾਹੀਦਾ ਸੀ, ਬੁਲਾ ਕੇ ਇਹ ਜਿਹੜਾ ਕਾਨੂੰਨ ਮੋਦੀ ਨੇ ਬਣਾਇਆ, ਇਹ ਮੋਦੀ ਸੂਬੇ ਦਾ ਕਾਨੂੰਨ ਨਹੀਂ ਬਣਾ ਸਕਦਾ, ਸੂਬੇ ਦੀ ਸਰਕਾਰ ਬਣਾ ਸਕਦੀ ਹੈ। ਮੋਦੀ ਨੇ ਗਲਤ ਬਣਾਇਆ, ਇਹਨਾਂ ਨੇ ਨਾਲ ਬਾਦਲ ਤੇ ਕੈਪਟਨ ਨੇ ਨਾਲ ਹੰਗਾਰਾ ਦਿੱਤਾ, ਇਹ ਸਾਈਨ ਕਰਕੇ ਆਏ ਨੇ। ਬਿਲਕੁਲ ਇਹ ਉਲਟ ਨੇ। ਲੋਕਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ, ਇਹ ਦੋਨਾਂ ਦੇ ਜਿਹੜੇ ਮਾੜੇ ਬੰਦੇ ਨੇ, ਕੈਪਟਨ ਤੇ ਬਾਦਲ, ਇਹਨਾਂ ਦੀਆਂ ਗੱਲਾਂ 'ਚ ਨਾ ਆਉਣ। ਇਹ ਝੂਠੇ ਨੇ, ਇੱਕ ਨੰਬਰ ਅੰਦਰ ਖਾਤੇ ਉਹਨਾਂ ਦੇ ਨਾਲ ਨੇ ਪੂਰੇ, ਇਹ ਉਹਨਾਂ ਦੇ ਹੱਥ ਠੋਕੇ ਬਣੇ ਹੋਏ ਨੇ। ਕੱਲ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਉੱਤੇ ਦੇ ਹਮਲਾ ਹੋਇਆ ਵਾ ਹੁਸ਼ਿਆਰਪੁਰ ਵਾਲੀ ਸਾਈਡ ਕਿਸੇ ਟੋਲ ਪਲਾਜ਼ਾ ਤੇ, ਤਾਂ ਉਹਦੇ ਉੱਤੇ ਉਹ ਕਹਿ ਰਹੇ ਜੀ ਕਾਂਗਰਸ ਪਾਰਟੀ ਨੇ ਕਰਾਇਆ ਵਾ, ਕਾਂਗਰਸ ਪਾਰਟੀ ਉਸ ਚੀਜ਼ ਨੂੰ ਵੱਖ ਕਰੇ। ਤੁਹਾਨੂੰ ਨਹੀਂ ਲੱਗਦਾ ਵੀ ਕਿਸਾਨਾਂ ਦਾ ਅੰਦੋਲਨ ਹਿਲਾਉਣ ਵਾਸਤੇ ਜਾਂ ਉਹਨੂੰ ਡਗਮਗਾਉਣ ਵਾਸਤੇ ਅਜਿਹਾ ਬੀਜੇਪੀ ਵੱਲੋਂ ਕੀਤਾ ਗਿਆ ਵਾ? ਜਿਹੜਾ ਭਾਜਪਾ ਦੇ ਪ੍ਰਧਾਨ ਨੇ ਹਮਲਾ ਕਰਾਇਆ ਜੀ, ਬਿਲਕੁਲ ਕਿਸੇ ਨੇ ਨਹੀਂ ਕਰਿਆ, ਉਹਦੇ ਖੁਦ ਆਪਦੇ ਬੰਦਿਆਂ ਨੇ, ਉਹਨੇ ਆਪ ਕਰਵਾਇਆ। ਕੋਈ ਕਿਸੇ ਕਾਂਗਰਸ ਨੇ ਨਹੀਂ, ਕੋਈ ਅਕਾਲੀ ਨੇ ਨਹੀਂ ਕਰਿਆ। ਕਾਂਗਰਸ, ਅਕਾਲੀ, ਭਾਜਪਾ ਤਿੰਨੇ ਇਕੱਠੇ ਹੀ ਨੇ, ਨਾਲ ਇਹਨਾਂ ਦੇ ਆਮ ਆਦਮੀ ਪਾਰਟੀ ਵੀ ਤਿੰਨੇ, ਚੌਥੇ ਚਾਰੇ ਜਾਣੇ ਇਕੱਠੇ ਨੇ। ਕੋਈ ਆਮ ਆਦਮੀ ਪਾਰਟੀ ਜੇ ਆਪਾਂ ਕਹਿ ਦਈਏ ਲਹਿਦਾ ਨਹੀਂ ਹੈਗੀ। ਆਮ ਆਦਮੀ ਪਾਰਟੀ ਤੁਸੀਂ ਗੱਲ ਕੀਤੀ ਆ, ਯੂਥ ਕਾਂਗਰਸ ਜਾਂਦੀ ਆ ਦਿੱਲੀ ਜੰਤਰ ਮੰਤਰ ਤੇ ਧਰਨਾ ਦੇਣ, ਬੈਂਸ ਭਰਾ ਜਾਂਦੇ ਨੇ ਦਿੱਲੀ ਜੰਤਰ ਮੰਤਰ ਤੇ ਧਰਨਾ ਦੇਣ ਮੋਦੀ ਨੂੰ ਜਗਾਉਣ ਵਾਸਤੇ, ਉਹਨਾਂ ਨੂੰ ਅੰਬਾਲੇ ਵਿੱਚ ਰੋਕ ਦਿੱਤਾ ਜਾਂਦਾ ਵਾ। ਆਮ ਆਦਮੀ ਪਾਰਟੀ ਕੱਲ ਦਿੱਲੀ ਜੰਤਰ ਮੰਤਰ ਤੇ ਪਹੁੰਚਦੇ ਆ, ਸਾਰੇ ਪੰਜਾਬ ਇਕਾਈ ਪਹੁੰਚਦੇ, ਕਿਵੇਂ ਸੰਭਵ ਹੋ ਜਾਂਦਾ ਜੀ ਇਹ? ਜਿਹੜੀ ਕਾਂਗਰਸ ਗਈ ਆ ਦਿੱਲੀ ਦਾ ਘਰੋ ਕਰਨ, ਬਿਲਕੁਲ ਨਹੀਂ। ਉਹ ਉਹਨਾਂ ਨੇ ਸਟੰਟ ਕਰਿਆ, 10,000 ਦਾ ਕਬਾੜੀਆਂ ਤੋਂ ਟਰੈਕਟਰ ਲੈ ਕੇ ਉੱਥੇ ਉਹੀ ਅੱਗ ਲਾ ਕੇ ਫੂਕਤਾ, ਬਿਲਕੁਲ ਉਹਨਾਂ ਨੇ ਸਟੰਟ ਕਰਿਆ। ਜਦੋਂ ਬੈਂਸ ਭਰਾ ਗਏ ਨੇ, ਜਦੋਂ ਕਾਂਗਰਸ ਗਈ ਆ, ਉਦੋਂ ਤਾਂ ਬੈਰੀਗੇਡ ਵੈਸੇ ਲੱਗੇ ਹੋਏ ਨੇ। ਜਦੋਂ ਬੈਂਸ ਭਰਾ ਜਾਂਦੇ ਨੇ, ਉਹ ਬੈਰੀਗੇਡ ਤਿੰਨ ਬੈਰੀਗੇਡ ਲਾ ਕੇ, ਜਾਣੀ ਮੰਨ ਲਓ ਲੱਤ ਵਰਗੇ ਮੋਟੇ ਸੰਗਲ ਪਾ ਕੇ ਉਹਨਾਂ ਨੂੰ ਥੱਲੇ ਦੀ ਬਿਲਡਿੰਗ ਕੀਤਾ ਜਾਂਦਾ। ਕਾਂਗਰਸ ਕੇਰ ਨੂੰ ਕਿਉਂ ਨਹੀਂ ਕਰਿਆ ਗਿਆ? ਕਾਂਗਰਸ ਹਜ਼ਾਰਾਂ ਦੇ ਹਿਸਾਬ ਨਾਲ ਟਰੈਕਟਰ ਸੀ, ਕਿਵੇਂ ਨਹੀਂ ਪਾਰ ਹੋ ਸਕਦਾ ਸੀਗਾ? ਬੈਂਸ ਭਰਾਵਾਂ ਦੇ ਨਾਲ ਤਾਂ ਮੋਟਰਸਾਈਕਲਾਂ ਤੇ ਸਾਰੇ ਗਏ ਸੀ। ਬੈਂਸ ਭਰਾਵਾਂ ਨੇ ਜੂਨ ਮਹੀਨੇ ਦੇ ਵਿੱਚ, ਅੱਤ ਦੀ ਗਰਮੀ ਦੇ ਵਿੱਚ ਸਾਈਕਲ ਯਾਤਰਾ ਕੀਤੀ, ਕੈਪਟਨ ਨੂੰ ਹਲੂਣਾ ਦੇਣ ਦੀ ਖਾਤਰ, ਵੀ ਉੱਠ ਤੇਰੇ ਪੰਜਾਬ ਨੂੰ ਪੈ ਚੱਲੇ। ਕੈਪਟਨ ਨੇ ਕੀ ਉੱਠਣਾ ਹੀ, ਕੈਪਟਨ ਦਾ ਨਾਲ ਸੀਗਾ। ਕੈਪਟਨ ਨੇ ਤਾਂ ਪਹਿਲਾਂ ਸਾਰਿਆਂ ਨੂੰ ਪਹਿਲਾਂ ਕੈਪਟਨ ਹੀ ਸਿਰ ਮਾਰ ਕੇ ਆਇਆ ਜੀ, ਕਰ ਦੋ ਪਾਸੇ। ਕੈਪਟਨ ਬਹੁਤ ਗਲਤ ਬੰਦਾ। ਬੈਂਸ ਭਰਾਵਾਂ ਦੀ ਗੱਲ ਕੀਤੀ ਜਾਵੇ, ਰਾਸ਼ਟਰਪਤੀ ਨੇ ਕਾਨੂੰਨ ਨੂੰ ਮਾਨਤਾ ਦੇ ਦਿੱਤੀ ਆ, ਬੈਂਸ ਭਰਾਵਾਂ ਨੇ ਵੀ ਰਾਸ਼ਟਰਪਤੀ ਨੂੰ ਵੋਟ ਕੀਤੀ, ਇਸ ਨੂੰ ਯਾਦ ਹੋਵੇਗਾ ਸ਼ਾਇਦ ਬੀਜੇਪੀ ਨੂੰ।
ਜਿਹੜਾ ਇਹਨੇ ਰਾਸ਼ਟਰਪਤੀ ਨੇ ਚਲੋ ਦਿੱਤਾ, ਇਹ ਰਾਸ਼ਟਰਪਤੀ ਨਹੀਂ ਹੈਗਾ, ਇਹ ਤਾਂ ਇੱਕ ਮੋਦੀ ਦਾ ਚਮਚਾ। ਇਹ ਮੋਦੀ ਤੋਂ ਥੱਲੇ ਆ, ਇਹ ਰਾਸ਼ਟਰਪਤੀ ਨਹੀਂ, ਬੈਠਾ ਕੁਰਸੀ ਉੱਚੀ ਤੇ ਆ, ਮੋਦੀ ਤੋਂ ਥੱਲੇ ਆ ਇਹ। ਜਿਵੇਂ ਮੋਦੀ ਕਹਿੰਦਾ ਉਵੇਂ ਹੀ ਚੱਲਦੇ ਨੇ ਇਹ, ਮੋਦੀ ਦੇ ਕਹਿਣ ਤੇ ਹੀ ਚੱਲਦਾ। ਤੁਹਾਨੂੰ ਲੱਗਦਾ ਜਿਹੜੇ ਕਿਸਾਨ ਜਥੇਬੰਦੀਆਂ 31 ਕਿਸਾਨ ਜਥੇਬੰਦੀਆਂ ਜਿਹੜੀਆਂ ਧਰਨੇ ਪ੍ਰਦਰਸ਼ਨ ਕਰ ਰਹੀਆਂ ਨੇ, ਰੇਲਾਂ ਰੋਕੀਆਂ ਹੋਈਆਂ ਨੇ, ਕੋਈ ਅਸਰ ਹੋਵੇਗਾ ਮੋਦੀ ਸਰਕਾਰ ਤੇ? ਹੁਣ ਲੱਗਦਾ ਵੀ ਕੋਈ ਆਗਾਮੀ ਦਿਨਾਂ ਪਰ ਬਾਰ-ਬਾਰ ਸੱਦਾ ਆ ਰਿਹਾ, ਪਹਿਲਾਂ 8 ਤਰੀਕ ਦਾ ਸੱਦਾ ਆਇਆ, ਹੁਣ ਫਿਰ ਸ਼ਾਇਦ 18 ਤਰੀਕ ਦਾ ਸੱਦਾ ਆਇਆ ਹੈ ਮੋਦੀ ਸਰਕਾਰ ਵੱਲੋਂ, ਤੇ ਇੱਕ ਦੋ ਜਥੇਬੰਦੀਆਂ ਨੇ ਹਾਮੀ ਵੀ ਭਰੀ ਆ ਸਰਕਾਰ ਨਾਲ ਗੱਲਬਾਤ ਕਰਨ ਨੂੰ। ਤੁਹਾਨੂੰ ਕੀ ਲੱਗਦਾ ਵੀ ਇਹ ਗੱਲ ਸਿਰੇ ਚੜ੍ਹੇਗੀ, ਜਾਂ ਜਿਹੜੀ ਮੋਦੀ ਸਰਕਾਰ ਦੀ ਵਿਉਂਤਬੰਦੀ ਆ ਕਿਸਾਨਾਂ ਨੂੰ ਪਾਰ ਦੇਊਗੀ, ਜਿਹੜੀ ਜਥੇਬੰਦੀ ਜਿਹੜੀ ਏਕਤਾ ਵਾ ਉਹਨੂੰ ਖੰਡਾ ਦਊਗੀ ਉਹ? ਨਹੀਂ, ਖੰਡਾਉਣ ਵਾਲਾ ਤਾਂ ਕੋਈ ਮਤਲਬ ਨਹੀਂ, ਜੱਟਾਂ ਦਾ ਸਾਰਿਆਂ ਦਾ ਏਕਾ, ਕੋਈ ਇਹੋ ਜਿਹੀ ਗੱਲ ਨਹੀਂ। ਜੱਟ ਕਿਸਾਨ ਮਜ਼ਦੂਰਾਂ ਦਾ ਏਕਾ, ਸਭ ਜਾਣਗੇ, ਆੜਤੀਏ ਵੀ ਜਾਣਗੇ, ਕਿਉਂਕਿ ਆੜਤੀਏ ਵੀ ਖਤਮ ਹੋ ਰਹੇ ਨੇ, ਸਾਰੇ ਜਾਣਗੇ। ਤੇ ਜਿਹੜਾ ਰਹੀ ਗੱਲ ਆ ਵੀ ਮੋਦੀ ਦੇ ਤਾਂ ਧੌਣ ਤੇ ਗੋਡਾ ਰੱਖ ਕੇ ਮਨਾਉਣਾ, ਇਹੀ ਮੋਦੀ ਆਪਦੇ ਹੱਥੀਂ ਇਹ ਪਾੜ ਕੇ ਰੱਦੀ ਦੀ ਟੋਕਰੀ 'ਚ ਸਿੱਟੂਗਾ ਆਰਡੀਨੈਂਸ। ਬਹੁਤ ਬਹੁਤ ਧੰਨਵਾਦ, ਮਜਬੂਰ ਕਰਾਂਗੇ। ਥੈਂਕ ਯੂ ਜੀ। ਸੋ ਇਹ ਸਨ ਕਿਸਾਨ ਇੱਥੋਂ ਆਲਮਗੀਰ ਦੇ ਪਿੰਡ ਤੋਂ, ਜਿਹੜੇ ਇੱਥੇ ਆਪਣੀ ਫਸਲ ਲੈ ਕੇ ਆਏ ਨੇ। ਉਹਨਾਂ ਨੂੰ ਦੱਸਿਆ ਨਹੀਂ ਫਸਲ ਦੀ ਭਾਵਾਂ ਇੱਥੇ MSP ਜਿਹੜੀ ਹੈ ਉਹ ਪੂਰੀ ਦਿੱਤੀ ਜਾ ਰਹੀ ਹੈ, ਪਰ ਪ੍ਰਬੰਧ ਕੋਈ ਖਾਸ ਉਹਨਾਂ ਨੇ ਰਿਸਪੌਂਸ ਦਿੱਤਾ, ਪ੍ਰਬੰਧ ਦੇ ਬਾਰੇ ਵੀ ਕੋਈ ਖਾਸ ਗੱਲਬਾਤ ਨਹੀਂ ਕੀਤੀ। ਜਿੱਥੋਂ ਤੱਕ ਆਰਡੀਨੈਂਸ ਦੀ ਗੱਲ ਕੀਤੀ ਜਾਵੇ ਤਾਂ ਆਰਡੀਨੈਂਸ ਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ, ਅਕਾਲੀ ਦਲ, BJP ਦੇ ਨਾਲ ਆਮ ਆਦਮੀ ਪਾਰਟੀ ਨੂੰ ਵੀ ਨਿਸ਼ਾਨੇ ਤੇ ਲਿਆ। ਸੋ ਬੈਂਸ ਭਰਾਵਾਂ ਨੇ ਉਹਨਾਂ ਨੇ ਸਿਫਤ ਵੀ ਕੀਤੀ। ਬੈਂਸ ਭਰਾਵਾਂ ਵੱਲੋਂ ਪਹਿਲਾਂ ਸਾਈਕਲ ਯਾਤਰਾ ਕੀਤੀ ਗਈ ਹੈ ਤੇ ਮੁੜ ਕੇ ਸ਼ੰਭੂ ਬਾਰਡਰ ਤੋਂ ਕੂਚ ਕੀਤੀ ਗਈ ਹੈ। ਸੋ ਮੈਂ ਸਮਝ ਸਕਦਾ ਵੀ ਮੋਦੀ ਸਰਕਾਰ ਨੂੰ ਹੁਣ ਸਮਝਣਾ ਚਾਹੀਦਾ ਵਾ, ਜਿਹੜਾ ਕਿਸਾਨ ਹੈ ਪੰਜਾਬ ਦਾ ਉਹ ਜਾਗਰੂਕ ਹੋ ਚੁੱਕਿਆ ਵਾ। ਕਿਸਾਨ ਹੁਣ ਮੋਦੀ ਸਰਕਾਰ ਦੀਆਂ ਭੋਲੀਆਂ ਭਾਲੀਆਂ ਗੱਲਾਂ ਵਿੱਚ ਨਹੀਂ ਆਏਗਾ। ਸੋ ਕਿਸਾਨ ਜਥੇਬੰਦੀਆਂ ਵੀ ਆਪਣੀ ਦ੍ਰਿੜਤਾ ਨਾਲ ਇਸ ਜਿਹੜੇ ਸੰਘਰਸ਼ ਆ ਉਹਨੂੰ ਦ੍ਰਿੜਤਾ ਨਾਲ ਆਪਣੇ ਆਪ ਦੇ ਫੈਸਲੇ ਦੇ ਸਾਹਮਣੇ ਕਿਸਾਨ ਜਥੇਬੰਦੀ ਦੇ ਫੈਸਲੇ ਦੇ ਮੁਤਾਬਕ ਚੱਲਣ, ਇੱਧਰੋਂ ਉੱਧਰੋਂ ਫੈਸਲੇ ਲੈਣ ਦੀ ਬਜਾਏ। ਕਿਉਂਕਿ ਕਿਸਾਨ ਜਥੇਬੰਦੀ ਦਾ ਸੰਘਰਸ਼ ਚੱਲਦਾ, ਸੰਘਰਸ਼ ਦੇ ਵਿੱਚ ਚੰਗੇ ਬੰਦੇ ਵੀ ਆਉਂਦੇ ਆ ਤੇ ਮਾੜੇ ਬੰਦੇ ਵੀ ਆਉਂਦੇ ਨੇ, ਨਾਲ ਉਹਨਾਂ ਦੀ ਸਲਾਹਾਂ ਵੀ ਉਸੇ ਤਰ੍ਹਾਂ ਦੀਆਂ ਆਉਂਦੀਆਂ ਨੇ। ਸੋ ਕਿਸਾਨ ਜਥੇਬੰਦੀਆਂ 31 ਕਿਸਾਨ ਜਥੇਬੰਦੀਆਂ ਆਪਣੀਆਂ ਸਲਾਹਾਂ, ਆਪਣੇ ਸੁਝਾਵਾਂ ਦੇ ਨਾਲ ਸਰਕਾਰ ਨਾਲ ਟੱਕਰਾ ਕਰਨ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਹੈਰੀ ਦੇ ਨਾਲ, ਵੇਖਦੇ ਰਹੋ ਪ੍ਰਾਈਮੋ ਦੇ। ਸਤਿ ਸ਼੍ਰੀ ਅਕਾਲ।